ਤੇ ਜਿਹੜੇ ਚਿੱਤ ਲਾਉਣਗੇ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਉਹ ਇਸ ਸੰਸਾਰ ਸਮੁੰਦਰ ਤੋਂ ਤਰ ਜਾਣਗੇ। ਸ੍ਰੀ ਗੁਰ ਕੇਰ ਸਰੀਰ ਜੋ ਸਭ, ਜੋ ਸਤਿਗੁਰੂ ਸਾਹਿਬ ਜੀ ਦਾ ਸਰੀਰ ਹੈ, ਸਾਨ ਸਮੇਂ ਸਭ ਨਾ ਦਰਸੈ ਹੈ। ਸਭ ਥਾਨ, ਸਾਰੇ ਥਾਵਾਂ ਤੇ ਸਾਰੇ ਸਮੇਂ ਉਹਦੇ ਦਰਸ਼ਨ ਨਹੀਂ ਹੋ ਸਕਦੇ। ਭਾਵ ਅਸੀਂ ਸਾਰੇ ਥਾਵਾਂ ਤੇ ਸਾਰੇ ਸਮੇਂ ਨਹੀਂ ਰਹਿ ਸਕਦੇ ਹਾਂ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਤੋ ਜੋ ਇਹ ਗ੍ਰੰਥ ਸਾਹਿਬ ਜੀ ਹੁਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਇਹ ਸਾਡਾ ਹੀ ਸਰੂਪ, ਸਾਡਾ ਹੀ ਹਿਰਦਾ ਜਾਣਨਾ ਕਰੋ। ਉਤਮ ਹੈ ਸਭ ਕਾਲ ਰਹਿ ਹੈ, ਇਹ ਅਤ ਉੱਤਮ ਹਨ ਤੇ ਸਾਰੇ ਸਮੇਂ ਤੇ ਸਾਰੇ ਥਾਵਾਂ ਤੇ ਹੋਣਗੇ। ਮੇਰੇ ਸਰੂਪ ਤੇ ਜਾਤੇ ਹੈ ਦੀਰਗ, ਤੇ ਮਹਾਰਾਜ ਜੀ ਕਹਿੰਦੇ ਪਾਵਨ ਬਾਣੀ ਦੇ ਸਰੂਪ ਜਿਹੜੇ ਹੈ ਨਾ, ਇਹ ਸਾਡੇ ਨਾਲੋਂ ਘੱਟ ਨਾ ਸਮਝਿਓ। ਸਾਡਾ ਜਿਹੜਾ ਇਹ ਸਰੀਰ ਹੈ ਨਾ, ਇਹਦੇ ਨਾਲੋਂ ਵੀ ਮਹਾਨ ਹਨ। ਸਾਹਿਬ ਜਾਣ ਹਦਾਇਕ ਕਹਿ, ਤੇ ਇਹਨੂੰ ਪਰਮਾਤਮਾ ਦਾ ਰੂਪ, ਵਾਹਿਗੁਰੂ ਦਾ ਧਰਤੀ ਤੇ ਰੂਪ ਜਾਣ ਕੇ ਤੇ ਸਤਿਕਾਰ ਕਰਨਾ ਹੈ। ਜੋ ਚੰਦਨ ਕੇਸਰ ਕੋ ਕਸ, ਤੇ ਸਦਾ ਹੀ ਜਦੋਂ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣਾ ਹੈ, ਉਸ ਤੋਂ ਬਾਅਦ ਚੰਦਨ ਤੇ ਕੇਸਰ ਨੂੰ ਘਸਾ ਕਰਕੇ ਤੇ ਛਿੜਕਾਉਣਾ, ਜਿਵੇਂ ਅੱਜ ਵੀ ਹਜੂਰ ਸਾਹਿਬ ਉਹ ਕਰਦੇ ਹੈ। ਗੁਰਮੁਖ ਗੁਰਸਿੱਖ ਚੰਦਨ ਕੇਸਰ ਇਤਿਆਦਿਕ ਹੋਰ ਵਸਤੂਆਂ ਵਿੱਚ ਰਲਾ ਕੇ ਸੁਗੰਧੀ ਵਾਲੀਆਂ, ਤੇ ਸਾਧ ਸੰਗਤ ਜੀ ਉੱਥੇ ਸ੍ਰੀ ਸੱਚਖੰਡ ਹਜੂਰ ਸਾਹਿਬ ਜੀ ਦੇ ਅੰਦਰ ਬਾਹਰ, ਉੱਥੇ ਮਹਾਰਾਜ ਦੇ ਸਰੂਪ ਜਿੱਥੇ ਅੰਦਰ ਤੋਂ ਭਾਵ ਜਿੱਥੇ ਸਿੰਘ ਸਾਹਿਬ ਇਕੱਲੇ ਜਾਂਦੇ, ਤੇ ਬਾਹਰ ਤੋਂ ਭਾਵ ਜਿੱਥੇ ਸਰੂਪ ਪ੍ਰਕਾਸ਼ ਨੇ, ਸਾਰੇ ਥਾਵਾਂ ਤੇ ਛਿੜਕਿਆ ਜਾਂਦਾ ਹੈ। ਬਾਕੀ ਜਿਹੜਾ ਵੱਧ ਜਾਂਦਾ ਹੈ ਉਹ ਗੁਰਸਿੱਖਾਂ ਨੂੰ ਮੱਥੇ ਤੇ ਤਿਲਕ ਲਾ ਦਿੰਦੇ ਹੈ। ਆਪ ਜੀ ਨੇ ਵੇਖਿਆ ਹੋਵੇਗਾ ਹਜੂਰ ਸਾਹਿਬ ਜਿਹੜੇ ਦਰਸ਼ਨ ਕਰਨ ਗਏ ਹੈ, ਉਹ ਵੱਧ ਜਾਂਦਾ। ਹੁਣ ਸੁੱਟਣਾ ਤੇ ਹੁੰਦਾ ਨਹੀਂ, ਠੰਡਾ ਹੁੰਦਾ ਚੰਦਨ, ਬਹੁਤ ਜ਼ਿਆਦਾ ਸੁਗੰਧੀ ਦਿੰਦਾ ਹੈ, ਸਰੀਰ ਨੂੰ ਤਾਕਤ ਦਿੰਦਾ ਹੈ, ਇਸ ਵਾਸਤੇ ਮੱਥੇ ਤੇ ਤਿਲਕ ਲਾ ਦਿੰਦੇ ਹੋ ਫਿਰ। ਤੇ ਉਹ ਜਿਹੜੇ ਮਹਾਰਾਜ ਜੀ ਬਚਨ ਇੱਥੇ ਕਹਿ ਰਹੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ ਸਤਿਕਾਰ ਕਰਨੇ ਆ ਚੰਦਨ ਨੂੰ ਤੇ ਕੇਸਰ ਨੂੰ ਘਸਾ ਕਰਕੇ। ਧੂਪ ਦਿਖਾਏ ਕੈ ਫੂਲ ਚੜੈ ਹੈ, ਧੂਪ ਦਿਖਾਉਣੀ ਹੈ ਆਪ ਬਣਾ ਕੇ, ਨਹੀਂ ਬਾਜ਼ਾਰ ਵਾਲੀਆਂ ਧੂਪਾਂ ਵਿੱਚ ਤੇ ਕੈਮੀਕਲ ਵੀ ਰਲਿਆ ਹੁੰਦਾ ਹੈ, ਤੇ ਉਹਦੇ ਵਿੱਚ ਜ਼ਿਆਦਾਤਰ ਗੋਹੇ ਦੇ ਵਿੱਚ ਖੁਸ਼ਬੂ ਰਲਾ ਕੇ ਨਾ ਉਹਦੀਆਂ ਹੀ ਬਣਾ ਲੈਂਦੇ। ਇਸ ਵਾਸਤੇ ਖੁਦ ਵਧੀਆ ਵਧੀਆ ਸਮੱਗਰੀਆਂ ਧੂਪ ਲੈ ਕੇ ਆਪ ਸਮੱਗਰੀ ਬਣਾਉਣੀ ਹੈ, ਸਾਰੀ ਤਿਆਰ ਕਰਨੀ ਹੈ, ਕੋਲਿਆਂ ਤੇ ਪਾ ਕੇ ਉਹਨੂੰ ਧਖਾਉਣਾ ਹੈ। ਇਸ ਤਰੀਕੇ ਨਾਲ ਆਪ ਸੋਹਣੀ ਸੁੰਦਰ ਤੇ ਫੁੱਲ ਸੋਹਣੇ ਸੋਹਣੇ ਲੈ ਕੇ ਤੇ ਚੜਾਉਣੇ, ਭੇਟਾ ਕਰਨੇ ਆ। ਇਸ ਤਰੀਕੇ ਨਾਲ ਕਰਨਾ। ਇੱਕ ਮੈਂ ਤੁਹਾਡੀ ਹੋਰ ਸ਼ੰਕਾ ਕੱਢ ਦੇਵਾਂ, ਜਦੋਂ 2004 ਦੇ ਵਿੱਚ ਮਹਿਤੇ ਜੋ ਬਾਬਾ ਹਰਨਾਮ ਸਿੰਘ ਨੂੰ ਕਾਰਜਕਾਰੀ ਜਦੋਂ ਮੁਖੀ ਬਣਾਇਆ ਗਿਆ ਸੀ ਨਾ, ਤੇ ਉੱਥੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ, ਉੱਥੇ ਉਹੋ ਹੀ ਧੂਪ ਧੁਖਾਈ ਸੀ। ਧੂਪ ਧੁਖਾਉਂਦਾ ਸੀ ਸਿੰਘ, ਤੇ ਜਿਹਨੂੰ ਰੰਗਤ ਦੁਸ਼ਟਾਂ ਨੇ, ਬੇਈਮਾਨਾਂ ਨੇ ਦੇ ਦਿੱਤੀ ਕਿ ਹਵਨ ਕੀਤਾ ਹੈ ਮੇਤੇ। ਨਹੀਂ ਗੁਰਮੁਖੋ, ਜਿਹੜੀ ਸਚਾਈ ਹੈ, ਠੀਕ ਹੈ, ਉਹਨਾਂ ਨੂੰ ਮੁਖੀ ਨਾ ਮੰਨਣਾ, ਉਹਦਾ ਕਾਰਨ ਸਾਡਾ ਇਹ ਹੈ, ਜਿਹੜਾ ਮੇਰਾ ਆਪਣਾ ਕਹਿੰਦਾ, ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਮੁਖੀ ਮੰਨਦੇ ਹਾਂ, ਕਿਉਂਕਿ ਬਾਬਾ ਜੀ ਨੇ ਸਾਨੂੰ ਇਹ ਬਚਨ ਕਹੇ ਆ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਸੀਂ ਅਰਦਾਸਾਂ ਕਰਦੇ ਰਹੇ, ਪੰਜਾਂ ਪਿਆਰਿਆਂ 'ਚ ਵੀ ਉਸ ਤਰ੍ਹਾਂ ਵੀ ਬਾਣੀ ਪੜ੍ਹਾ ਕੇ ਬਾਬਾ ਜੀ ਅਰਦਾਸਾਂ ਕਰਾਉਂਦੇ ਸੀ ਦੇਹ ਰੋਗਤਾ ਦੀਆਂ। ਇਸ ਵਾਸਤੇ ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੂੰ, ਭਾਈ ਅਮਰਜੀਤ ਸਿੰਘ ਕਣਕਵਾਲ ਜਿਹੜੇ, ਉਹ ਵੀ ਸੰਤ ਬਾਬਾ ਜਰਨੈਲ ਸਿੰਘ ਨੂੰ ਟਕਸਾਲ ਦੇ ਮੁਖੀ ਮੰਨਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿਸੇ ਵੀ ਸ਼ਖਸੀਅਤ ਨੂੰ ਬਦਨਾਮ ਕਰਨ ਵਾਸਤੇ ਜਾਣ ਬੁੱਝ ਕੇ ਝੂਠ ਕਢੀ ਜਾਓ, ਇਹ ਵੀ ਗੱਲ ਚੰਗੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਜਿਹੜੇ ਵੱਡੇ ਮੂਰਖ ਮਹਾਂ ਮੂਰਖ ਹੁੰਦੇ ਆ, ਉਹ ਨਿੰਦਾ ਕਰਦੇ ਆ ਗੁਰਮੁਖੋ, ਇਹ ਯੋਗ ਨਹੀਂ ਹੁੰਦਾ। ਉਹ ਕੋਲਿਆਂ ਉੱਤੇ ਧੂਪ ਪਾ ਕੇ ਜਿਹੜੀ ਹੈ ਉਹ ਧਖਾਉਣੀ ਹੈ, ਤੇ ਫੁੱਲ ਵੀ ਭੇਟਾ ਕਰਨੇ ਹਨ। ਤੇ ਜਿਹੜੇ ਸਰੂਪ ਲਿਖਦੇ ਆ ਉਹ ਚੰਗੀ ਤਰ੍ਹਾਂ ਸੋਧਾਈ ਕਰਨ, ਇਸ ਗੱਲ ਦਾ ਖਿਆਲ ਰੱਖਣ। ਕਿੱਥੋਂ ਤੱਕ ਅੰਤਰ ਫਰਕ ਨਹੀਂ ਪੈਣ ਦੇਣਾ, ਲਗ ਮਾਤਰ ਦੀ ਚੁਕਸਾਈ। ਜਿਹੜੀ ਗਲਤੀ ਹੈ ਨਾ, ਅੱਖਰ ਅਤੇ ਲਗ ਮਾਤਰ ਦਾ ਫਰਕ ਨਹੀਂ ਪੈਣ ਦੇਣਾ। ਜੇ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਲਿਖਾਰੀ, ਤੇ ਅੱਜ ਵੀ ਪ੍ਰੈਸ ਦੇ ਵਿੱਚ ਜਦੋਂ ਛਾਪਦੇ ਆ, ਫਿਰ ਗੁਰਮੁਖੋ ਪਾਠੰਤਰ ਨਾ ਬਣਦੇ। ਇਹ ਗਲਤੀਆਂ ਹਨ। ਹੁਣ ਸਾਡੇ ਸਰੀਰ ਦਾ ਕੋਈ ਰੋਮ ਪੁੱਟੇ ਤੇ ਪੀੜ ਹੋਏਗੀ। ਇਸੇ ਤਰ੍ਹਾਂ ਜਦੋਂ ਅੱਖਰ ਜਾਂ ਸਿਹਾਰੀ ਬਦਲਦੇ ਆ ਨਾ, ਔਂਕੜ, ਤੇ ਮਹਾਰਾਜ ਜੀ ਦੇ ਆਪਾਂ ਸਰੀਰ ਨੂੰ ਦੁੱਖ ਦੇਣ ਦੇ ਬਰਾਬਰ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਅੱਖਰਾਂ ਦਾ ਵੀ ਤੇ ਜਿਹੜੀ ਸਿਹਾਰੀ ਔਂਕੜ ਹੈ, ਦੁਲੈਕੜੇ ਨੇ, ਉਹਨਾਂ ਦਾ ਖਿਆਲ ਰੱਖਣਾ ਹੈ, ਲਗ ਮਾਤਰ ਦਾ। ਤਾਈਓ ਆਪ ਜੀ ਨੂੰ ਕਹਿੰਦੇ ਨਾ, ਸੰਥਿਆ ਕਰੋ। ਇਹ ਜਿੰਨੇ ਦਿਨ ਕੈਂਪ ਚੱਲਦਾ 5 ਤੱਕ, ਉਹਨੇ ਦਿਨ ਨਹੀਂ ਕਰਨੀ ਭੈਣੋ ਧੀਓ ਬੱਚਿਓ ਸੰਥਿਆ, ਬਾਅਦ ਵਿੱਚ ਵੀ ਕਰਨੀ ਹੈ। ਗ੍ਰੰਥੀ ਸਿੰਘ ਗੁਰਮੁਖ ਤੁਹਾਡੇ ਕੋਲ
ਬਜ਼ੁਰਗ ਵੀ ਕਰੋ, ਵੱਡੀ ਉਮਰ ਦੇ ਜਿਨ੍ਹਾਂ ਨੇ ਭੈਣਾਂ ਧੀਆਂ ਨੇ ਸੰਥਿਆ ਨਹੀਂ ਕੀਤੀ, ਬੀਬੀਆਂ ਸਮਾਂ ਕੱਢ ਕੇ ਇੱਕ ਇੱਕ ਪੌੜੀ ਇੱਕ ਇੱਕ ਪੰਕਤੀ ਦੀ ਕਰੀ ਜਾਓ। ਤੁਹਾਨੂੰ ਕਿੰਨਾ ਸੁੱਖ ਹੋ ਜਾਏਗਾ ਜਦੋਂ ਮਹਾਰਾਜ ਜੀ ਦੀ ਕਿਰਪਾ ਨਾਲ ਜੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਪੋਤਰੇ ਦੋਤਰੇ ਹੋਣਗੇ, ਪੋਤੀਆਂ ਹੋਣਗੇ, ਤੁਸੀਂ ਉਹਨਾਂ ਨੂੰ ਖੁਦ ਹੀ ਸੰਥਿਆ ਕਰਾ ਸਕਦੇ ਆਪਣੀ ਗਾਂ ਆਉਣ ਵਾਲੀ ਪੀੜ੍ਹੀ ਨੂੰ। ਇਸ ਵਾਸਤੇ ਤੁਸੀਂ ਵੀ ਉਦਮ ਕਰੋ। ਇਹ ਨਹੀਂ ਕਿ 5 ਤਰੀਕ ਤੱਕ ਕਰਨਾ ਹੈ, ਬਾਅਦ 'ਚ ਨਹੀਂ ਕਰਨਾ। ਸੰਥਿਆ ਕਰੋ। ਸਾਰੇ ਗੁਰਮੁਖਾਂ ਗੁਰਸਿੱਖਾਂ ਨੂੰ ਹੱਕ ਹੈ ਤੇ ਕਰਨੀ ਚਾਹੀਦੀ ਹਰ ਇੱਕ ਨੂੰ ਸੰਥਿਆ। ਤੇ ਮਹਾਰਾਜ ਕਹਿੰਦੇ ਅੱਖਰਾਂ ਦੀ ਜੇ ਕਿਸੇ ਨੇ ਲਿਖਣਾ ਹੈ ਸਰੂਪ, ਅੱਖਰਾਂ ਤੇ ਮਾਤਰਾਵਾਂ ਦਾ ਵੀ ਖਿਆਲ ਰੱਖਣਾ ਹੈ। ਪਾਠ ਸਮਸਤ ਕਰੇ ਬੁੱਧ ਸੋ ਵੇਖ, ਤੇ ਵੇਖ ਕਰਕੇ ਬੜਾ ਬੁੱਧੀ ਨਾਲ ਸੰਭਾਲ ਕੇ ਵਿਚਾਰ ਕੇ ਪਾਠ ਕਰਨਾ ਹੈ। ਕੇ ਸਮਲੇ ਬਣਾਈ, ਜਿਸ ਤਰੀਕੇ ਨਾਲ ਅਸੀਂ ਲਿਖਵਾਇਆ ਇਸ ਤਰ੍ਹਾਂ ਬਣਾ ਲੈਣਾ ਹੈ। ਆਪ ਤੇ ਘਾਟ ਨਾ ਬਾਤ ਕਰੇ, ਆਪਣੇ ਕੋਲੋਂ ਕਿਸੇ ਨੇ ਘਾਟਾ ਵਾਧਾ ਨਹੀਂ ਕਰਨਾ ਹੈ। ਜੇ ਕਰੇ ਹੋਏ ਮੂਰਖ ਸੋ ਪਛਤਾਈ, ਤੇ ਉਹ ਜੇ ਕਰੇਗਾ ਕੋਈ ਤੇ ਉਹ ਮਹਾਂ ਮੂਰਖ ਹੋਏਗਾ ਤੇ ਪਛਤਾਵੇਗਾ। ਪਛਤਾਵੇਗਾ ਤਾਂ ਹੀ ਨਾ ਜਦੋਂ ਸਜ਼ਾ ਮਿਲੇਗੀ। ਫਿਰ ਸਜ਼ਾ ਮਿਲੇਗੀ ਤੇ ਉਹਨੂੰ ਪਛਤਾਉਣਾ ਪਏਗਾ। ਔਰ ਬਣਾਏ ਨਵੋ ਨਾ ਲਿਖੇ, ਤੇ ਕੋਈ ਆਪਣੇ ਕੋਲੋਂ ਨਵੀਆਂ ਕਵਿਤਾਵਾਂ ਬਣਾਵੀਂ ਨਾ ਲਿਖੀ ਜਾਵੇ। ਵਿੱਚ ਕਾਵਿ ਰਚੈ ਸੋ ਰਚੋ ਪ੍ਰਚਕਾਈ, ਤੇ ਜੇ ਕੋਈ ਕਾਵਿ ਦੇ ਵਿੱਚ ਰਚਨਾ ਸੋਹਣਾ ਉਪਦੇਸ਼ ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਕਾਵਿ ਰਚਨਾ ਰਚਦਾ ਹੈ ਤੇ ਉਹਨੂੰ ਆਡੀ ਰੱਖੇ। ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤ ਸਵਈਏ ਹਨ। ਸਾਡੇ ਸਾਹਮਣੇ ਐਗਜ਼ਾਮਪਲ ਹੈ। ਭਾਈ ਗੁਰਦਾਸ ਜੀ ਨੇ ਗੁਰੂ ਉਪਦੇਸ਼ ਹੀ ਦ੍ਰਿੜ ਕਰਾਇਆ, ਪਰ ਉਹਨਾਂ ਦੀਆਂ ਵਾਰਾਂ ਤੇ ਉਹਨਾਂ ਦੇ ਕਵਿਤ ਸਵਈਏ ਅੱਡ ਹਨ। ਉਹਨਾਂ ਨੂੰ ਵਿੱਚ ਨਹੀਂ ਲਿਖਣ ਦਾ ਹੱਕ। ਸੌਦੇ ਲੋਕ ਤੇ ਹੋਏ ਬਲੀ, ਇੱਕ ਹੋਣਗੇ ਜਿਨ੍ਹਾਂ ਦੀ ਬਾਣੀ ਲਿਖੀ ਜਾਏਗੀ। ਉਹ ਕੌਣ ਨੇ? 14 ਲੋਕਾਂ ਵਿੱਚ, ਭਾਵ ਸਾਰੀ ਸ੍ਰਿਸ਼ਟੀ ਦੇ ਵਿੱਚ ਬਲੀ ਹੋਣਗੇ। ਮਲ ਕੋ ਜਰ ਜਾਏ ਹਿਰਦੇ ਮੈਂ ਜੋਈ, ਤੇ ਜੋ ਆਪਣੇ ਹਿਰਦੇ ਦੇ ਵਿੱਚ ਸਾਰੀਆਂ ਕਰਾਮਾਤੀਆਂ ਸ਼ਕਤੀਆਂ ਨੂੰ ਜਰ ਜਾਣਗੇ। ਸੋ ਉਪਕਾਰ ਕੀ ਕਾਰਨ ਕੋ, ਤੇ ਉਹ ਪਰਉਪਕਾਰ ਕਰਨ ਦੇ ਵਾਸਤੇ ਸਿਰ ਦੇ ਹੋਏ ਸੰਮੁਖ ਧੀਰ ਤਰੋਈ, ਤੇ ਉਹ ਸਿਰ ਦੇਣਗੇ ਆਪਣਾ ਤੇ ਧੀਰਜ ਧਰਨਗੇ ਸਾਹਮਣੇ। ਭਾਵ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਲੀ ਇਸ਼ਾਰਾ ਹੈ। ਆਪਣੀ ਬਾਣੀ ਚੜਾਵੇਂ ਸੋ ਇੱਕ ਉਹਨਾਂ ਦੀ ਬਾਣੀ ਹੋਰ ਚੜਾਈ ਜਾਵੇਗੀ, ਹੋਏ ਸੋ ਨੇ ਦੂਸਰ ਕੋਈ, ਜਿਨ੍ਹਾਂ ਵਰਗਾ ਦੂਸਰਾ ਹੋਰ ਕੋਈ ਨਹੀਂ ਹੋਵੇਗਾ। ਜਹ ਜੋ ਇਚ ਧਾਰ ਸੋ ਪੂਜੈ ਹੈ, ਤੇ ਹੁਣ ਦੱਸਦੇ ਨੇ ਜਿਹੜੇ ਵੀ ਸਤਿਕਾਰ ਕਰਨਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਛਾ ਧਾਰ ਕੇ ਪੂਜਣਗੇ ਸ਼੍ਰੀ ਲਹੈ ਜਮ ਪੀਰ ਨਾ ਹੋਈ, ਤੇ ਉਹਨਾਂ ਦੀ ਮੁਕਤੀ ਹੋਵੇਗੀ ਤੇ ਜਮਦੂਤਾਂ ਦੀ ਪੀੜ ਵੀ ਸਹਾਰਨੀ ਨਹੀਂ ਪਵੇਗੀ। ਵੇਦ ਪੁਰਾਣ ਮਹਾਤਮ ਜਾਹੇ, ਜਿਸ ਤਰ੍ਹਾਂ ਵੇਦਾਂ ਤੇ ਪੁਰਾਣਾਂ ਦਾ ਜੋ ਮਹਾਤਮ ਹੈ, ਖਾਨ ਕਰੇ ਸਮੁਦਾਏ, ਬਹੁਤ ਦੁਨੀਆ ਕਹਿੰਦੀ ਹੈ ਕਿ ਵੇਦ ਪੜ੍ਹਨ ਸੁਣਨ ਦਾ ਪੁਰਾਣਾਂ ਦਾ ਬੜਾ ਮਹਾਤਮ ਹੈ, ਅੰਤ ਨ ਪਾਵਤ ਸ਼ੇਸ਼ ਨ ਸਾਰਤ, ਪਰ ਇਹ ਜਿਹੜੀ ਬਾਣੀ ਇਹਦਾ ਮਹਾਤਮ ਤੁਹਾਨੂੰ ਕੀ ਦਸੀਏ? ਇਹਦਾ ਮਹਾਤਮ ਤੇ ਅੰਤ ਜਾਣਦੇ ਨਹੀਂ। ਦੇਵੀ ਦੇਵਤੇ ਤੇ ਨਾਗ ਤੇ ਦੇਵੀਆਂ ਜਿਹੜੀਆਂ ਸਰਸਤੀ ਹੈ ਵਿਦਿਆ ਦੇਵੀ, ਨੇਤ ਹੀ ਨੇਤ ਅਸ਼ੇਸ਼ ਬਤਾਏ, ਤੇ ਉਹ ਵੇਦ ਵੀ ਨੇਤ ਤੇ ਨੇਤ ਹੀ ਜਿਸ ਪ੍ਰਮਾਤਮਾ ਨੂੰ ਕਹਿੰਦੇ ਹਨ, ਜੋ ਸਰਬੋਤਮ ਜੋ ਸਰਬਾਸਿਆ, ਜੋ ਸਾਰਿਆਂ ਤੋਂ ਉੱਤਮ ਹੈ, ਜੋ ਸਾਰਿਆਂ ਦਾ ਆਸਰਾ ਹੈ। ਤਾਹੀ ਕੇ ਨਾਮ ਇਸੀ ਮੈਂ ਗਾਏ, ਉਸ ਪਰਮਾਤਮਾ ਦੇ ਨਾਮ, ਉਹਦੀ ਮਹਿਮਾ, ਉਹਦੀ ਵਡਿਆਈ ਇਸ ਦੇ ਵਿੱਚ ਲਿਖੀ ਹੈ। ਜਿਸ ਤਰ੍ਹਾਂ ਮੈਂ ਰਾਤ ਵੀ ਬੇਨਤੀ ਕੀਤੀ ਸੀ, ਜੇ ਕਿਤੇ ਸਾਖੀ ਦੀ ਲੋੜ ਪਈ ਹੈ ਤੇ ਇਸ਼ਾਰਾ ਹੀ ਹੈ, ਕੇਵਲ ਇਸ਼ਾਰਾ, ਹੋਰ ਨਹੀਂ ਕੁਛ ਵੀ, ਬਹੁਤਾ ਨਹੀਂ। ਜੇ ਕੋਈ ਗੁਰੂ ਧਾਰਨ ਕਰਨ ਤੋਂ ਬਗੈਰ ਭਲਾ ਨਹੀਂ ਹੋ ਸਕਦਾ, ਪੁੱਛ ਲਓ। ਮਹਾਰਾਜ ਕਹਿੰਦੇ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਰਦਾ ਵੇਦ ਬਿਆਸੈ ਕੋਏ। ਪੁੱਛ ਲਓ। ਇਸੇ ਤਰ੍ਹਾਂ ਹੋਰ ਵੀ ਬੇਅੰਤ ਉਪਦੇਸ਼ ਦਿੱਤੇ ਆ ਕਿ ਫਲਾਣੇ ਨੂੰ ਪੁੱਛ ਲਓ ਤੁਸੀਂ, ਭਾਵ ਉਹਨਾਂ ਦੇ ਗ੍ਰੰਥ ਪੜ੍ਹ ਕੇ ਵੇਖ ਲਓ। ਜੇ ਉਹਨਾਂ ਗੁਰੂ ਨਹੀਂ ਧਾਰਨ ਕੀਤਾ, ਉਹਨਾਂ ਨੂੰ ਕੋਈ ਚੰਗਾ ਨਹੀਂ ਸੀ ਸਮਝਦਾ। ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੁਕਰੈ ਸੁਕਰੈ ਗਰਦ ਪੈ ਕਾਕੈ ਸਰਪਨੈ ਤੁਲ ਖਲ ਹੈ। ਇਸ਼ਾਰੇ ਹੀ ਦਿੱਤੇ ਆ ਮਹਾਰਾਜ ਨੇ। ਇਸੇ ਤਰ੍ਹਾਂ ਭਗਤਾਂ ਦੇ ਵੀ ਇਸ਼ਾਰੇ ਦਿੱਤੇ ਆ। ਭਗਤਾਂ ਦੇ ਨਾਮ ਜੇ ਆਪਣੀ ਬਾਣੀ ਵਿੱਚ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੇਵਲ ਇਸ਼ਾਰੇ ਹੀ ਹਨ। ਦ੍ਰੋਪਦੀ ਦੀ ਲਾਜ ਰੱਖਣ ਦਾ ਇਸ਼ਾਰਾ ਹੀ ਹੈ। ਦ੍ਰੋਪਦੀ ਕੌਣ ਹੋਈ ਹੈ, ਕਿੰਨੇ ਲਾਜ ਕਿਸ ਤਰ੍ਹਾਂ ਰੱਖੀ, ਇਹ ਤੇ ਗੁਰਮੁਖੋ ਦਸਮ ਗ੍ਰੰਥ ਦੀ ਬਾਣੀ ਪੜ੍ਹਨੀ ਪਵੇਗੀ ਜਾਂ ਹੋਰ ਇਤਿਹਾਸਕ ਗ੍ਰੰਥ ਪੜ੍ਹਨੇ ਪੈਣਗੇ। ਇਸੇ ਤਰ੍ਹਾਂ ਹੋਰ ਵੀ ਬੇਅੰਤ ਪ੍ਰਮਾਣ, ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕਹੇ ਨੇ, ਸ਼ਲੋਕ ਮਹੱਲਾ ਪਹਿਲਾ, ਸਹੰਸਰ ਦਾਨ ਦੇ ਅੰਦਰ ਰੁਆਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦਸ਼ਰ ਲੰਕ ਗਵਾਏ,
जिन सीता आंदी डोरू वाए, रोवै पांडव भये मजूर, जिनके स्वामी रहत हदूर, रोवै जनमेजा खोए गया, एक ही कारण पापी भया। इसे तरह जोगियां दे बारे कहा है कि वड्डे वड्डे राजे जिहड़े जोगी बन गए सन। रोवै राजे कन्न पड़ाए, घर घर मांगै भिख्या जाए। एक देवी सी, बीबी सी, जिहदा विआह करदे सी ते पति मर जांदा सी ते बड़े ਉਹਦੇ ਵਿਆਹ ਕੀਤੇ ਰਾਜੇ ਨੇ। ਅਖੀਰ 'ਚ ਮਹਾਂਪੁਰਖ ਇੱਕ ਗੁਰਮੁਖ ਕਹਿਣ ਲੱਗੇ, ਭਾਵੇਂ ਇਹਦੇ ਤੂੰ 1000 ਵਿਆਹ ਕਰ ਦੇ, ਵਿਆਹ ਹੋਣ ਤੋਂ ਬਾਅਦ ਬੱਚੇ ਨੇ ਮਰ ਜਾਣਾ ਹੈ, ਲੜਕੇ ਨੇ ਮਰ ਜਾਣਾ ਹੈ, ਇਹਨੂੰ ਪਤੀ ਸੁਖ ਨਹੀਂ ਮਿਲੇਗਾ, ਕਿਉਂਕਿ ਪਿਛਲੇ ਜਨਮ ਦੇ ਵਿੱਚ ਆਪ ਵਿਗੜ ਗਈ ਸੀ ਤੇ ਬੜੀਆਂ ਬੱਚੀਆਂ ਨੂੰ ਵਿਗਾੜ ਕੇ ਨੇ ਵੇਸਵਾਵਾਂ ਬਣਾ ਦਿੱਤਾ ਸੀ। ਇਹਨੇ ਕੁਕਰਮਾਂ ਵਿੱਚ ਲਾਇਆ ਬੀਬੀਆਂ ਨੂੰ ਪਿਛਲੇ ਜਨਮਾਂ 'ਚ, ਇਸ ਵਾਸਤੇ ਇਹਨੂੰ ਪਤੀ ਨਹੀਂ ਮਿਲੇਗਾ ਇੱਕ ਇਸ ਜਨਮ 'ਚ, ਇਹਨੂੰ ਸਜ਼ਾ ਹੈ। ਤੇ ਉਹਨੂੰ ਫਿਰ ਘਰੋਂ ਕੱਢ ਦਿੱਤਾ ਸੀ ਰਾਜੇ ਨੇ। ਉਹਦਾ ਨਾਂ ਸੀ ਬਾਲੀ। ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਔਰੀ ਕਰਮ ਨਾ ਲਿਖਿਆ। ਇਸ ਵਾਸਤੇ ਹੁਣ ਸਾਰੇ ਸ਼ਬਦ ਦੀ ਕਥਾ ਕਰਨੀ ਹੈ। ਇਹ 'ਚ ਜਿੰਨੇ ਪ੍ਰਮਾਣ ਦਿੱਤੇ ਸਾਖੀਆਂ ਕੇਵਲ ਇਸ਼ਾਰੇ ਹੀ ਹੈ। ਸਾਖੀਆਂ ਦਸਮ ਗ੍ਰੰਥ ਦੇ ਵਿੱਚੋਂ ਜਾਂ ਭਗਤ ਮਾਲ ਇਸ਼ਟੀਕ ਜਿਹੜੇ ਨੇ, ਜਾਂ ਸਾਖੀ ਪ੍ਰਮਾਣ ਜਿਹੜੇ ਗ੍ਰੰਥ ਨੇ ਵਿਦਵਾਨਾਂ ਕੋਲੋਂ ਮਹਾਰਾਜ ਨੇ ਲਿਖਾਏ, ਉਹਨਾਂ ਵਿੱਚੋਂ ਹੀ ਲੱਭੇਗਾ, ਹੋਰ ਨਹੀਂ ਕਿਤੋਂ ਲੱਭਣਾ। ਇਸ਼ਾਰਾ ਹੀ ਹੈ। ਪਰਮਾਤਮਾ ਦੇ ਨਾਮ ਦੀ ਮਹਿਮਾ ਵਡਿਆਈ ਹੈ। ਨਾਮੀ ਤੇ ਨਾਮ ਇੱਕ ਰੂਪ ਹੁੰਦਾ ਹੈ। ਨਾਮ ਤੇ ਨਾਮੀ ਦਾ ਭੇਦ ਨਹੀਂ ਹੁੰਦਾ, ਇੱਕ ਰੂਪ ਹੀ ਹੁੰਦੇ ਹਨ। ਇਹ ਸਾਹਮਣੇ ਬੈਠੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਮਾਤਮਾ ਦਾ ਸਾਡੇ ਦਰਸ਼ਨਾਂ ਵਾਸਤੇ ਸਰੂਪ ਹੈ। ਜਿੰਨਾ ਕੁ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਰੱਖੇਗਾ, ਉਹਨਾਂ ਕੀ ਉਹ ਫਲ ਪਾਵੇਗਾ। ਉਹਨੂੰ ਓਨੀ ਕੀ ਸ਼ਰਧਾ ਪ੍ਰੇਮ ਭਾਵਨਾ, ਜਿੰਨਾ ਕੋਈ ਸਤਿਕਾਰ ਕਰੇਗਾ ਓਨੀ ਕੀ ਬਖਸ਼ਿਸ਼ ਮਿਲੇਗੀ। ਜਿਹੜੇ ਧੂਪ ਦਿਖਾਉਣਗੇ ਚੰਦਨ ਘਸਾ ਕੇ, ਕੇਸਰ ਮਿਲਾ ਕਰਕੇ ਸੁਗੰਧੀਆਂ ਨੂੰ ਛਿੜਕਾਉਣਗੇ ਦਰਬਾਰ ਦੇ ਵਿੱਚ, ਤੇ ਜਾਂ ਫਿਰ ਉਹ ਭਾਵਨੀ ਧਾਰ ਕਰਕੇ ਜੋ ਵੀ ਚਾਹਣਗੇ, ਤੇ ਜਿਹੜੇ ਹਰ ਰੋਜ਼ ਹੀ ਭਾਵਨਾ ਦੇ ਸਹਿਤ ਆ ਕੇ ਜੇ ਦਰਸ਼ਨ ਕਰਨਗੇ ਪਿਆਰ ਦੇ ਨਾਲ, ਪਾਠ ਕਰਨਗੇ ਤੇ ਜਾਂ ਸੁਣਨਗੇ ਇੱਕ ਮਨ ਹੋ ਕਰਕੇ, ਤੇ ਜਿਹੜਾ ਫਿਰ ਹਿਰਦੇ ਵਿੱਚ ਉਪਦੇਸ਼ ਨੂੰ ਵਸਾਵੇਗਾ, ਤੇ ਜਾਂ ਜਿਹੜੇ ਹੱਥ ਜੋੜਦੇ ਹੀ ਕਿਤੇ ਦਰਸ਼ਨ ਹੋਣ ਤੇ ਹੱਥ ਜੋੜਨਗੇ ਦੋਵੇਂ, ਮਨ ਵਿੱਚ ਨਿਮਰਤਾ ਧਾਰ ਕੇ ਤੇ ਸੀਸ ਨਿਵਾਉਣਗੇ। ਮੰਨੋ ਹੁਣ ਨਗਰ ਕੀਰਤਨ ਜਲਾਓ ਮਹਾਰਾਜ ਜੀ ਦੇ ਜਾ ਰਹੇ ਨੇ, ਤੇ ਰਸਤੇ ਵਿੱਚ ਕਿਤੇ ਮਿਲਦੇ ਆ ਗੱਡੀ ਰੋਕ ਕੇ ਜਾਂ ਤੁਰ ਕੇ, ਉਹ ਜੇ ਇਸ ਤਰ੍ਹਾਂ ਹੋਵੇ ਤਾਂ ਬਹੁਤ ਚੰਗੀ ਗੱਲ ਹੈ। ਉਤਰ ਕੇ ਗੱਡੀ ਤੋਂ ਹੱਥ ਜੋੜ ਕੇ ਮੱਥਾ ਟੇਕੇ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰ। ਤੇ ਮਹਾਰਾਜ ਕਹਿੰਦੇ ਜਿਹੜੇ ਇਸ ਤਰ੍ਹਾਂ ਕਰਨਗੇ ਭਾਵਨਾ ਨਾਲ, ਜਿਹੜੇ ਲਿਖਣਗੇ ਜਾਂ ਹੋਰਨਾਂ ਨੂੰ ਕਥਾ ਸੁਣਾਉਣਗੇ, ਉਪਦੇਸ਼ ਕਰਨਗੇ, ਤੇ ਆਪ ਕੋਈ ਜੇ ਕੋਈ ਲਿਖੇਗਾ, ਤੇ ਇਸ ਤਰੀਕੇ ਨਾਲ ਜੇ ਬਹੁਤ ਪ੍ਰੇਮ ਦੇ ਨਾਲ ਸਥਾਪਿਤ ਕਰਕੇ ਘਰ ਵਿੱਚ ਸਰੂਪ ਲਿਆ ਕੇ, ਤੇ ਜੇ ਕੋਈ ਬਾਣੀ ਸੁਣਨਗੇ ਜਾਂ ਆਪ ਪੜ੍ਹਨਗੇ ਤੇ ਖੁਸ਼ ਹੋਣਗੇ, ਫਿਰ ਬਖਸ਼ਾਂ ਮਿਲਣਗੀਆਂ। ਇਹ ਜਿੰਨੇ ਦੱਸੇ ਆ ਨਾ ਪਿੱਛੇ, ਇਹਨਾਂ ਵਿੱਚੋਂ ਜਿਹੜਾ ਵੀ ਇੱਕ ਨੇਮ ਕਰੇਗਾ, ਰੋਜ਼ ਆ ਕੇ ਗੁਰਦੁਆਰੇ ਸਾਹਿਬ ਮੱਥਾ ਟੇਕਣਾ, ਪ੍ਰੇਮ ਨਾਲ ਬਾਣੀ ਸੁਣਨੀ, ਜਾਂ ਕੋਈ ਸਰੂਪ ਪ੍ਰੇਮ ਨਾਲ ਲਿਖੇਗਾ, ਜਾਂ ਕੋਈ ਰੋਜ਼ ਫੁੱਲ ਲਿਆ ਕੇ ਭੇਟਾ ਕਰੇਗਾ, ਕੇਸਰ ਚੰਦਨ ਇਤਿਆਦਿਕ ਸੁਗੰਧੀਆਂ ਧੁਖਾਵੇਗਾ, ਧੂਪ ਕਰੇਗਾ, ਇਸ ਤਰੀਕੇ ਨਾਲ ਜਿਹੜਾ ਵੀ ਮਨੁੱਖ ਕਰੇਗਾ ਨਾ, ਉਹ ਸੰਸਾਰ ਦੇ ਵਿੱਚੋਂ ਬੰਧਨ ਮੁਕਤ ਹੋ ਜਾਵੇਗਾ, ਤਾਂ ਅੰਤ ਨੂੰ ਸ਼ੁਭ ਗਤੀ ਉਹਨੂੰ ਪ੍ਰਾਪਤ ਹੋਵੇਗੀ। ਜੋ ਵੀ ਉਹ ਚਾਹੁੰਦਾ ਹੈ ਸਾਰੇ ਉਹਦੇ ਕੰਮ ਪੂਰੇ ਹੋ ਜਾਣਗੇ। ਜਿਹੜਾ ਆਪ ਪਾਠ ਕਰੇ ਬਹੁਤ ਚੰਗੀ ਗੱਲ, ਜੇ ਨਹੀਂ ਕਰ ਸਕਦਾ ਤੇ ਪਾਠ ਕਰਾਵੇ, ਪ੍ਰੇਮ ਨਾਲ ਸੁਣੇ। ਜਦੋਂ ਭੋਗ ਪਵੇ ਉਸ ਸਮੇਂ ਕੜਾ ਪ੍ਰਸ਼ਾਦ ਕਰੇ, ਤੇ ਆਪ ਵੀ ਫਿਰ ਖਲੋ ਜਾਵੇ ਉਸ ਸਮੇਂ ਕੜਾ ਪ੍ਰਸ਼ਾਦ ਕਰੇ। ਜਦੋਂ ਭੋਗ ਪਵੇ ਕੜਾ ਪ੍ਰਸ਼ਾਦ ਲਿਆ ਕੇ
ਭੋਗ ਜਦੋਂ ਪਾਉਣਾ ਹੈ ਤੇ ਫਿਰ ਅਰਦਾਸ ਕਰਨੀ ਹੱਥ ਜੋੜ ਕਰਕੇ ਆਪ ਖਲੋ ਕੇ। ਮਨੋਰਥ ਕੋ ਮਨ ਲਿਆਵੇ ਕੋ ਜੋ ਵੀ ਉਸ ਸਮੇਂ ਇੱਛਾ ਹੈ ਉਹਦੇ ਮਨ ਦੀ, ਨਾ ਕਹੋ ਤੇ ਪੂਰਨ ਹੋਵੇ। ਫਿਰ ਉਹਦੀਆਂ ਇੱਛਾਵਾਂ ਸਾਰੀਆਂ ਹੀ ਪੂਰਨ ਹੋ ਜਾਣਗੀਆਂ। ਕਿਉਂ ਨਹੀਂ ਹੋਣਗੀਆਂ? ਜ਼ਰੂਰ ਹੋਣਗੀਆਂ। ਜਿਤ ਚਾਹਤ ਸੋ ਨਰ ਪਾਵਹਿ ਕੋ ਜੋ ਵੀ ਭਾਈ ਚਿੱਤ ਵਿੱਚ ਚਾਹੁੰਦਾ, ਜੇ ਪਿਆਰ ਦੇ ਨਾਲ, ਸ਼ਰਧਾ ਦੇ ਨਾਲ, ਜਿਵੇਂ ਮੈਂ ਸ਼ੁਰੂ ਵਾਲੇ ਦਿਨ ਵੀ ਬੇਨਤੀ ਕੀਤੀ ਸੀ, ਕੜਾਹ ਪ੍ਰਸ਼ਾਦ ਬਣਾਉਣਾ ਹੈ, ਜੇ 1 ਕਿਲੋ ਬਣਾਉਣਾ ਹੈ ਤੇ 4 ਕਿਲੋ ਪਾਣੀ ਮਿਣ ਕੇ ਤੋਲ ਕੇ ਪਾ ਕੇ ਉਹਦੇ ਵਿੱਚ 1 ਕਿਲੋ ਖੰਡ ਪਾ ਕੇ ਚਾਸ ਉਬਾਲ ਕੇ ਪੁਣ ਕੇ ਇੱਕ ਪਾਸੇ ਰੱਖਣਾ। ਉਸ ਤੋਂ ਬਾਅਦ ਕੜਾਈ ਧੋ ਕੇ ਉਹਦੇ ਵਿੱਚ ਕਿਲੋ ਘਿਓ ਪਾ ਕੇ 1 ਕਿਲੋ ਆਟਾ ਪੂਰਾ ਪਾਉਣਾ ਹੈ। ਜਪਜੀ ਸਾਹਿਬ ਜੀ ਦਾ ਪਾਠ ਕਰਕੇ ਚਾਸ ਪਾ ਦੇਣੀ ਸਾਰੀ। ਕੜਾਹ ਪ੍ਰਸ਼ਾਦ ਤਿਆਰ ਹੋਣ ਤੋਂ ਬਾਅਦ ਫਿਰ ਸੰਪੂਰਨ ਜਪਜੀ ਸਾਹਿਬ ਜੀ ਦਾ ਜੋ ਪਾਠ ਉੱਤੇ ਦੇਗ ਬਣਾਉਂਦੇ ਕਰਨਾ। ਫਿਰ ਬਾਅਦ ਵਿੱਚ ਠੰਡੀ ਕਰਕੇ ਸੰਪੂਰਨ ਆਨੰਦ ਸਾਹਿਬ ਜੀ ਦਾ ਪਾਠ ਕਰਨਾ। ਇਸ ਤਰ੍ਹਾਂ ਮਰਿਆਦਾ ਨਾਲ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਦੋਂ ਭੋਗ ਪੈਣਗੇ, ਪ੍ਰੇਮ ਭਾਵਨਾ ਨਾਲ ਜਿਹੜੇ ਕਰਨਗੇ ਪਾਠ ਸੁਣਨਗੇ, ਫਿਰ ਜੋ ਅਰਦਾਸ ਕਰਨਗੇ ਉਹ ਪੂਰੀ ਹੋਏਗੀ। ਕਿਉਂ ਨਹੀਂ ਹੋਏਗੀ? ਜ਼ਰੂਰ ਹੋਵੇਗੀ। ਜੋ ਵੀ ਚਾਹੇਗਾ ਉਹ ਮਿਲੇਗਾ। ਸਿੱਖ ਸਰੀਰ ਤਜੈ ਜਿਸ ਪਿਛੈ ਹੈ। ਤੇ ਜੇ ਕੋਈ ਗੁਰੂ ਦਾ ਸਿੱਖ ਹੈ ਤਾਂ ਉਹ ਸਰੀਰ ਜਦੋਂ ਛੱਡ ਜਾਵੇ, ਗ੍ਰੰਥ ਕੋ ਪਾਠ ਕਰਾਵਹਿ ਕੋ ਤੇ ਜਿਹੜੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਉਣਗੇ, ਕੋਸ਼ਿਸ਼ ਕੋ ਅਰਪੈ ਤਬ ਪਾਠਕ। ਤੇ ਜਿਹੜਾ ਪਾਠੀ ਜੇ ਤਾਂ ਆਪ ਕੀਤਾ ਹੈ, ਚੰਗੀ ਗੱਲ ਹੈ, ਬਹੁਤ ਸੋਹਣੀ ਗੱਲ ਹੈ, ਨਹੀਂ ਤਾਂ ਕੋਲ ਬਹਿ ਕੇ ਸੁਣੇ। ਫਿਰ ਪਾਠੀ ਸਿੰਘ ਨੂੰ ਸੋਹਣੇ ਸੁੰਦਰ ਰੁਮਾਲੇ ਜੋ ਉਹਨਾਂ ਨੂੰ ਵੀ ਵਸਤਰ ਭੇਟ ਕਰੇ, ਉਹਨੂੰ ਵੀ ਕੱਪੜੇ ਭੇਟਾ ਕਰਨਾ ਕਰੇ। ਭੋਜਨ ਚਾਰ ਖੁਲਾਵਹਿ ਕੋ ਤੇ ਜਿੰਨੇ ਦਿਨ ਪਾਠ ਹੋ ਰਿਹਾ ਸੋਹਣੇ ਸੁੰਦਰ ਭੋਜਨ ਬਣਾ ਕੇ ਆਪਣੇ ਹੱਥੀਂ ਛਕਾਵੇ। ਜਥਾ ਸਕਤੀ ਤੇ ਸੇਵਹਿ। ਹੋਰ ਜਿਸ ਤਰ੍ਹਾਂ ਵੀ ਜਥਾ ਸ਼ਕਤ ਭਾਵ ਉਹਨੂੰ ਭੇਟਾ ਦੇਣਾ ਕਰੇ, ਉਹਦੀ ਸੇਵਾ ਕਰੇ। ਆਏ ਕਰਾਵ ਬਤਾਵਹਿ ਕੋ ਤੇ ਉੱਥੇ ਕੜਾਹ ਪ੍ਰਸ਼ਾਦ ਲਿਆ ਕੇ ਤੇ ਵਰਤਾਉਣਾ ਕਰੇ। ਸੋ ਸਿੱਖ ਹੋਏ ਸੁਖੈਨ ਮਹਾ। ਉਹ ਬਹੁਤ ਸੌਖਾ ਸਿੱਖ ਹੋ ਜਾਏਗਾ। ਬੜੀਆਂ ਬਖਸ਼ਾਂ ਹੋਣਗੀਆਂ ਉਹਦੇ ਉੱਤੇ। ਲੋਕ ਬਿਟੈ ਅਰ ਖਾਵੈ ਕੋ ਤੇ ਜਿਹਦੇ ਨਿਮਿਤ ਕਰਾਇਆ ਉਹ ਪਰਲੋਕ ਵਿੱਚ ਵੀ ਖੁਸ਼ ਹੋਏਗਾ। ਬਖਸ਼ਾਂ ਹੋਣਗੀਆਂ ਉੱਤੇ। ਕਹਾਂ ਲਗ ਜੀ ਜਗ ਕਾਰਜ। ਹੋਰ ਕਿੱਥੋਂ ਤੱਕ ਦਸੀਏ ਜਿਹੜੇ ਸੰਸਾਰ ਦੇ ਕੰਮ ਹਨ। ਪਾਠ ਕਰੇ ਸਿਧ ਹੋਵਹਿਗੇ। ਜਿਹੜੇ ਵੀ ਪਾਠ ਕਰਨਗੇ ਉਹ ਪੂਰੇ ਹੋਣਗੇ। ਉਹਨਾਂ ਦੇ ਮਨ ਦੇ ਮਨੋਰਥ ਇੱਛਾਵਾਂ ਪੂਰੀਆਂ ਹੋਣਗੀਆਂ। ਸੰਤ ਸਿਮਰੈ ਸਤਨਾਮ ਕੀ ਗ੍ਰੰਥ। ਤੇ ਜਿਹੜੇ ਵੀ ਘਰ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਗੇ, ਜਿਹੜੇ ਬਾਣੀ ਪੜਨਗੇ, ਅਥਵਾ ਜਿਹੜੇ ਸੰਤ ਹਨ, ਮਹੰਤ ਹਨ, ਜਥੇਦਾਰ ਨੇ, ਸੰਸਾਰ ਦੀ ਕੋਈ ਚੀਜ਼ ਨਹੀਂ ਜੇ ਚਾਹੁੰਦੇ। ਕੇ ਗ੍ਰੰਥ ਪੜੈ ਅਗ ਕੋ ਵਹਿੰਗੇ। ਤੇ ਕਿੱਥੇ ਹੈ? ਕੇ ਗ੍ਰੰਥ ਪੜੈ ਅਗ ਕੋ ਵਹਿੰਗੇ। ਇੱਥੇ ਨਹੀਂ, ਆ ਵਾ ਮਹਾਂਪੁਰਸ਼ੋਂ ਛੱਡ ਕੇ ਤੂੰ। ਸੰਤ ਮਹੰਤ ਚਹੈ ਨ ਯੋ। ਤੇ ਜਿਹੜੇ ਸੰਤ ਤੇ ਮਹੰਤ ਸੰਸਾਰ ਦੀਆਂ ਚੀਜ਼ਾਂ ਨਹੀਂ ਚਾਹੁੰਦੇ ਹਨ, ਅਟ ਪ੍ਰੇਮ ਕਰੇ ਪ੍ਰਭ ਜੋ ਵਹਿੰਗੇ। ਤੇ ਜਿਹੜੇ ਪ੍ਰੇਮ ਨਾਲ ਬਾਣੀ ਪੜਨਗੇ। ਹੁਣ ਵੇਖੋ ਸਾਰਿਆਂ ਨੂੰ ਤੇ ਸੰਸਾਰ ਦੀਆਂ ਚੀਜ਼ਾਂ ਚਾਹੀਦੀਆਂ ਨੇ ਹੁੰਦੀਆਂ। ਹੁਣ ਮੰਨ ਲਓ ਵਾਹਿਗੁਰੂ ਦੇ ਦਰਸ਼ਨ ਕਰਨੇ ਆ, ਅੰਦਰ ਦੇ ਸੁੱਖ ਲੈਣੇ ਆ, ਆਤਮਿਕ ਸੁੱਖ ਲੈਣੇ, ਤੇ ਉਹ ਫਿਰ ਕੀ ਕਰਨ? ਤੇ ਮਹਾਰਾਜ ਕਹਿੰਦੇ ਜੇ ਉਹ ਬਾਣੀ ਪੜਨਗੇ ਪ੍ਰੇਮ ਦੇ ਨਾਲ ਤੇ ਪਰਮਾਤਮਾ ਦੇ ਵੀ ਦਰਸ਼ਨ ਹੋਣਗੇ। ਆਪਣੇ ਹੁਣ ਇਲਾਕੇ ਦੇ ਮਹਾਂਪੁਰਖ ਪੂਰਨ ਨਾਮ ਰਸੀਏ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਬਚਨ ਮੈਂ ਆਪ ਜੀ ਨਾਲ ਕਰਾਂ। ਇਸ ਤੋਂ ਪਹਿਲਾਂ ਆਪ ਜੀ ਸਾਰੇ ਪਿਆਰ ਨਾਲ ਗੱਜ ਕੇ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਉਹ ਗ੍ਰਸਤੀ ਨਹੀਂ ਨਾ ਬਣੇ। ਉਹਨਾਂ ਜਪਜੀ ਸਾਹਿਬ ਜੀ ਦੇ ਪਾਠ ਵੀ ਕੀਤੇ, ਸਹਿਜ ਪਾਠ ਵੀ ਕਰਦੇ ਹੁੰਦੇ ਸੀ। ਇੱਕ ਇੱਕ ਚੌਂਕੜੇ ਵਿੱਚ ਵੀ ਅਖੰਡ ਪਾਠ ਸਾਹਿਬ ਉਹਨਾਂ ਕੀਤਾ। ਤੇ ਅੱਜ ਤੱਕ ਦੁਨੀਆ ਉਹਨਾਂ ਦਾ ਸਤਿਕਾਰ ਕਰਦੀ ਹੈ, ਬਰਸੀਆਂ ਮਨਾਉਂਦੀ, ਜਨਮ ਦਿਹਾੜੇ ਮਨਾਉਂਦੇ। ਉਹਨਾਂ ਦੇ ਅਸਥਾਨ ਬਣੇ ਹੈ। ਉਹ ਬ੍ਰਹਮ ਗਿਆਨੀ ਬਣ ਗਏ। ਕਿਉਂ ਬਣੇ? ਬਾਣੀ ਪੜ੍ਹ ਕੇ। ਮਾਰੇ ਕਹਿੰਦੇ ਇਹ ਦੁਨੀਆ ਵਾਲੀਆਂ ਜੇ ਚੀਜ਼ਾਂ ਨਹੀਂ ਚਾਹੀਦੀਆਂ ਜਿਹੜੀਆਂ ਉੱਤੇ ਦਸੀਆਂ। ਮੁਕਤੀ ਚਾਹੀਦੀ ਆ, ਬਖਸ਼ਾਂ ਅੰਦਰ ਦੀਆਂ ਚਾਹੀਦੀਆਂ। ਜਿਹੜੇ ਐਸੇ ਸੰਤ ਨੇ, ਮਹੰਤ ਨੇ, ਮਹਾਂਪੁਰਸ਼ ਨੇ, ਉਹ ਅੰਦਰ ਦੀਆਂ ਬਖਸ਼ਾਂ ਚਾਹੁੰਦੇ ਆ। ਜੇ ਉਹ ਬਾਣੀ ਪੜ੍ਹਨਗੇ ਤੇ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ, ਪ੍ਰੇਮ ਮਿਲੇਗਾ। ਉਹ ਫਿਰ ਦਿਨ ਰਾਤ ਨਾਲ ਸਿਮਰਨ ਕਰਨ ਪਰਮਾਤਮਾ ਦੇ ਨਾਮ ਦਾ। ਤੇ ਜਾਂ ਫਿਰ ਗੁਰੂ ਕੀ ਬਾਣੀ ਪੜਨ, ਇਹ ਸਾਰੇ ਹੀ ਪਾਪ ਨਾਸ ਹੋਣਗੇ ਉਹਨਾਂ ਸੰਤਾਂ ਦੇ। ਜਿਹੜੇ ਵੀ ਬਾਣੀ ਪੜਨਗੇ ਪਿਆਰ ਨਾਲ, ਜਮਦੂਤ ਨਹੀਂ ਵੇਖਣੇ ਪੈਣਗੇ ਅੰਤ ਸਮੇਂ। ਤੇ ਭਾਈ ਅੰਤ ਨੂੰ ਆ ਕਰਕੇ ਉਹ ਸਾਡੇ ਵਿੱਚ ਹੀ ਮਿਲ ਜਾਣਗੇ ਅਤੇ ਦਰਸ਼ਨ ਕਰਨਗੇ ਪਰਮਾਤਮਾ ਦੇ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਰਾਮਸਰ ਸਾਹਿਬ ਵਿੱਚ ਬੈਠੇ ਹੋਏ ਹਨ।
ਭਾਈ ਬੰਨੋ ਸਾਹਿਬ ਜੀ ਨੇ ਵੀ ਗ੍ਰੰਥ ਸਾਹਿਬ ਜੀ ਜੋ ਸਨ ਉਹ ਲੈ ਆਉਣਾ ਕੀਤੇ ਜਿਲਦ ਬਣਾ ਕੇ ਮਹਾਤਮ ਇਹ ਕਹਿਓ ਤੇ ਉਸੇ ਥਾਂ ਤੇ ਬੈਠ ਕੇ ਮਹਾਰਾਜ ਜੀ ਨੇ ਸਾਰਾ ਮਹਾਤਮ ਕਿਹਾ ਹੈ ਤੇਨ ਸੀਖ ਨਿਜ ਪੰਥ ਤੇ ਆਪਣੇ ਪੰਥ ਨੂੰ ਇਹ ਸਿੱਖਿਆ ਦੇਣ ਵਾਸਤੇ ਮਹਾਰਾਜ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਇੱਥੇ ਹੀ ਫਿਰ ਇਹ ਪ੍ਰਸੰਗ ਦੀ ਸਮਾਪਤੀ ਹੈ। ਹੁਣ ਨਵਾਂ ਪ੍ਰਸੰਗ ਜਿਵੇਂ ਅੱਗੇ ਚੱਲੇਗਾ